ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। सत श्री अकाल जी, तुसीं देख रहे हो पंजाब मेल USA TV ते मैं सुरभि। खबरां दे बुलेटिन च बहुत बहुत स्वागत। पेश आन देश विदेश नाल जुड़ियां होईयां कुछ खास ते चोणवीआं खबरां। राष्ट्रपति ट्रंप दी देश निकाला मुहिम तेज, इमीग्रेशन दे आंकड़े जनतक करन ते लगी रोक। हवाई मुसाफरां दीआं वधियां मुश्किलां, डेल्टा एयरलाइंस ने 7 राज्यां विच रद्द कीतीआं सैकड़े उड़ानां। अमेरिका ईरान तनाव विचाले राष्ट्रपति डोनाल्ड ट्रंप का वड्डा बयान, कहा ईरान नाल गलबात जारी पर वो समझौते लिए अजे तैयार नहीं। अमेरिका ईरान जंग हुण तक $12 अरब खर्च, व्हाइट हाउस ने जारी किए आंकड़े। नाटो का भविख होर भी खराब हो जाएगा, ईरान जंग के विचकार ट्रंप ने यूरोपी देशों को दी चेतावनी। कैनेडा विच भारतीय विद्यार्थी गुरकीरत सिंह का कतल, झगड़े दौरान होया जानलेवा हमला। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਦੇਸ਼ ਨਿਕਾਲਾ ਦੇਣ ਦੀ ਮੁਹਿੰਮ ਨੇ ਤੇਜ਼ੀ ਫੜ ਲਈ ਹੈ, ਪਰ ਇਸ ਦੇ ਨਾਲ ਹੀ ਇੱਕ ਨਵਾਂ ਵਿਵਾਦ ਖੜਾ ਹੋ ਗਿਆ ਹੈ। ਤਾਜ਼ਾ ਰਿਪੋਰਟਾਂ ਦੇ ਮੁਤਾਬਕ ਟਰੰਪ ਪ੍ਰਸ਼ਾਸਨ ਦੇ ਸਖਤ ਰੁਖ ਦੇ ਚੱਲਦਿਆਂ ਹੁਣ ਇਮੀਗ੍ਰੇਸ਼ਨ ਨਾਲ ਸੰਬੰਧਿਤ ਡਾਟਾ ਅਤੇ ਆંકੜੇ ਮਿਲਣਾ ਬੇहद ਮੁਸ਼ਕਿਲ ਹੋ ਗਿਆ ਹੈ, ਜਿਸ ਕਾਰਨ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਵਿਰੋਧੀ ਧਿਰਾਂ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਅਜਿਹੇ ਕਦਮ ਚੁੱਕੇ ਜਾ ਰਹੇ ਹਨ ਜਿਸ ਨਾਲ ਇਹ ਪਤਾ ਲਗਾਉਣਾ ਔਖਾ ਹੋ ਗਿਆ ਹੈ ਕਿ ਰੋਜ਼ਾਨਾ ਕਿੰਨੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਅਤੇ ਕਿੰਨਿਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। डेटा महाराज का कहना है कि सरकारी वैबसाइटां तो इमीग्रेशन संबंधी महत्वपूर्ण जानकारी हटाई जा रही है ਜਾਂ उस तक पहुंच सीमित की जा रही है। एक पासे जिथे आंकड़े छुपाए जा रहे हैं, उत्थे ही दूजे पासे देश भर विच छापेमारी ਅਤੇ ਫੜੋ ਫੜਾਈ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਾਨੂੰਨੀ ਮਾਹਰਾਂ ਅਤੇ ਸਮਾਜਿਕ ਕਾਰਕੁਨਾਂ ਦਾ ਇਹ ਮੰਨਣਾ ਹੈ ਕਿ ਆંકੜਿਆਂ ਦੀ ਘਾਟ ਕਾਰਨ ਇਹ ਪਤਾ ਲਗਾਉਣਾ ਨਾਮੁਮਕਿਨ ਹੋ ਜਾਵੇਗਾ ਕਿ ਸਰਕਾਰ ਨਿਯਮਾਂ ਦੀ ਪਾਲਣਾ ਕਰ ਰਹੀ ਹੈ ਜਾਂ ਨਹੀਂ। ਉਹਨਾਂ ਦਾ ਦੋਸ਼ ਹੈ ਕਿ ਜਾਣਕਾਰੀ ਛੁਪਾ ਕੇ ਸਰਕਾਰ ਆਪਣੀ ਮਾਸ ਡੈਪੋਟੇਸ਼ਨ ਯੋਜਨਾ ਨੂੰ ਬਿਨਾਂ ਕਿਸੇ ਜਵਾਬਦੇਹੀ ਦੇ ਲਾਗੂ ਕਰਨਾ ਚਾਹੁੰਦੀ ਹੈ। ਹਾਲਾਂਕਿ ਸਰਕਾਰ ਦੇ ਕਰੀਬੀ ਸੂਤਰਾਂ ਦਾ ਇਹ ਕਹਿਣਾ ਹੈ ਕਿ ਸੁਰੱਖਿਆ ਕਾਰਨਾਂ ਅਤੇ ਰਾਸ਼ਟਰੀ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਜਾਣਕਾਰੀਆਂ ਨੂੰ ਗੁਪਤ ਰੱਖਿਆ ਜਾ ਰਿਹਾ ਹੈ। ਉਹਨਾਂ ਦਾ ਦਾਅਵਾ ਹੈ ਕਿ ਇਹ ਸਭ ਕੁਝ ਅਮਰੀਕੀ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਕੀਤਾ ਜਾ ਰਿਹਾ ਹੈ। ਇਸ ਸਥਿਤੀ ਨੇ ਖਾਸ ਕਰਕੇ ਉਹਨਾਂ ਭਾਈਚਾਰਿਆਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਦਸਤਾਵੇਜ਼ ਪੂਰੇ ਨਹੀਂ ਹਨ। ਜਾਣਕਾਰੀ ਦੀ ਘਾਟ ਕਾਰਨ ਵਕੀਲਾਂ ਲਈ ਵੀ ਆਪਣੇ ਮੁਵੱਕਿਲਾਂ ਦੀ ਮਦਦ ਕਰਨਾ ਚੁਣੌਤੀਪੂਰਨ ਬਣਦਾ ਜਾ ਰਿਹਾ ਹੈ। ਅਮਰੀਕਾ ਦੇ ਮਿਨੀਆਪੋਲਿਸ ਸੇਂਟ ਪਾਲ ਯਾਨੀ MSP ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਐਤਵਾਰ ਦਾ ਦਿਨ ਬੇहद ਮੁਸ਼ਕਲਾਂ ਭਰਿਆ ਰਿਹਾ। ਖਰਾਬ ਮੌਸਮ ਅਤੇ ਸੰਚਾਲਨ ਸੰਬੰਧੀ ਦਿੱਕਤਾਂ ਕਾਰਨ ਹਵਾਈ ਅੱਡੇ ਤੇ 600 ਤੋਂ ਵੱਧ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਪੂਰੇ 에ਅਰਪੋਰਟ ਤੇ ਅਫਰਾ ਤਫਰੀ ਦਾ ਮਾਹੌਲ ਦੇਖਣ ਨੂੰ ਮਿਲਿਆ। ਰਿਪੋਰਟਾਂ ਦੇ ਮੁਤਾਬਕ ਐਤਵਾਰ ਸ਼ਾਮ ਤੱਕ 600 ਤੋਂ ਵੱਧ ਉਡਾਨਾਂ ਨੂੰ ਕੈਂਸਲ ਕਰਨਾ ਪਿਆ, ਜਦਕਿ ਸੈਂਕੜੇ ਹੋਰ ਉਡਾਨਾਂ ਆਪਣੇ ਨਿਰਧਾਰਤ ਸਮੇਂ ਤੋਂ ਕਈ ਘੰਟੇ ਦੇਰੀ ਨਾਲ ਚੱਲ ਰਹੀਆਂ ਸਨ। ਹਵਾਈ ਅੱਡੇ ਤੇ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਬਹੁਤ ਸਾਰੇ ਪਰਿਵਾਰ ਜਿਨ੍ਹਾਂ ਵਿੱਚ ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਸਨ, ਕਈ ਘੰਟਿਆਂ ਤੱਕ ਫਰਸ਼ ਤੇ ਬੈਠ ਕੇ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਨਜ਼ਰ ਆਏ। दिग्गज हवाई कंपनी डेल्टा एयरलाइंस ने अमेरिका के 7 ਵੱਖ-ਵੱਖ राज्यां विच अपनियां सैकड़े उड़ानां रद्द करन दा ऐलान किया है। कंपनी दे इस अचनचेत फैसले कारण हज़ारां मुसाफिर हवाई अड्डियां ते फस गए हैं ਅਤੇ उन्हां विच भारी रोस भी देखा जा रहा है। डेल्टा ने संचालन संबंधी कारणों का हवाला देते हुए सैकड़े फ्लाइटां नूं ऑपरेशन तो बाहर कर दिता। हालांकि इस वड्डी कटौती के पीछे मुख्य कारण खराब मौसम और तकनीकी अड़िके भी दसे जा रहे हैं, पर इन्नी वड्डी गिनती विच फ्लाइटां रद्द होने कारण हवाई अड्डा प्रशासन और एयरलाइंस के प्रबंधों ते भी सवाल उठ रहे हैं। इस अलावा NWUS ने चेतावनी दी है कि मिनीसोटा, उत्तरी डकोटा, दक्षिणी डकोटा, मिशिगन, विस्कॉन्सिन, इलिनॉयस, आयोवा ਅਤੇ ਨੈਬਰਾਸਕਾ ਸਾਰੇ ਇਸ ਤੂਫਾਨ ਲਈ ਲਾਈਨ ਵਿੱਚ ਹਨ। ਵਿਸਕਾਂਸਿਨ ਅਤੇ ਮਿਸ਼ੀਗਨ ਦੇ ਉੱਪਰੀ ਪ੍ਰਾਇਦੀਪ ਵਿੱਚ 36 ਇੰਚ ਦੀ ਸਭ ਤੋਂ ਵੱਧ ਬਰਫ਼ ਪੈਣ ਦੀ ਸੰਭਾਵਨਾ ਹੈ।
ਇਹ ਫੈਸਲਾ ਮੁੱਖ ਤੌਰ ਤੇ 7 ਰਾਜਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ, ਜਿਸ ਕਾਰਨ ਕਈ ਅਹਿਮ ਰੂਟਾਂ ਤੇ ਆਵਾਜਾਈ ਠੱਪ ਹੋ ਗਈ ਹੈ। ਉਡਾਨਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਆਪਣੀਆਂ ਮੰਜ਼ਿਲਾਂ ਤੇ ਪਹੁੰਚਣ ਲਈ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਯਾਤਰੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਨੂੰ ਆਖਰੀ ਸਮੇਂ ਤੇ ਸੂਚਨਾ ਦਿੱਤੀ ਗਈ। 에ਅਰਲਾਈਨਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੁਝ ਤਕਨੀਕੀ ਕਾਰਨਾਂ ਅਤੇ ਸਟਾਫ ਦੀ ਉਪਲਬਧਤਾ ਵਰਗੀਆਂ ਚੁਣੌਤੀਆਂ ਕਾਰਨ ਵੀ ਇਹ ਕਦਮ ਚੁੱਕਣਾ ਪਿਆ ਹੈ। ਸੋ ਕੰਪਨੀ ਮੁਤਾਬਕ ਉਹ ਸਥਿਤੀ ਨੂੰ ਜਲਦ ਤੋਂ ਜਲਦ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪ੍ਰਭਾਵਿਤ ਯਾਤਰੀਆਂ ਨੂੰ ਰਿਫੰਡ ਜਾਂ ਬਦਲਵੇਂ ਪ੍ਰਬੰਧਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਯਾਤਰਾ ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਸਥਿਤੀ ਨਾ ਸੁਧਰੀ ਤਾਂ ਹੋਰ ਉਡਾਨਾਂ ਤੇ ਵੀ ਇਸ ਦਾ ਅਸਰ ਪੈ ਸਕਦਾ ਹੈ। ਫਿਲਹਾਲ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਹਵਾਈ ਅੱਡੇ ਲਈ ਨਿਕਲਣ ਤੋਂ ਪਹਿਲਾਂ ਆਪਣੀ ਫਲਾਈਟ ਦਾ ਸਟੇਟਸ ਜ਼ਰੂਰ ਚੈੱਕ ਕਰ ਲੈਣ। ਪੱਛਮੀ ਏਸ਼ੀਆ ਵਿੱਚ ਜਾਰੀ ਜੰਗ ਦੇ ਬੱਦਲਾਂ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਅਹਿਮ ਖੁਲਾਸਾ ਕੀਤਾ। ਟਰੰਪ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਈਰਾਨ ਦੇ ਨਾਲ ਸੰਪਰਕ ਵਿੱਚ ਹੈ ਅਤੇ ਗੱਲਬਾਤ ਚੱਲ ਰਹੀ ਹੈ, ਪਰ ਫਿਲਹਾਲ ਤਹਿਰਾਨ ਜੰਗ ਨੂੰ ਖਤਮ ਕਰਨ ਲਈ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਦੇ ਦਸਤਖਤ ਕਰਨ ਲਈ ਤਿਆਰ ਨਜ਼ਰ ਨਹੀਂ ਆ ਰਿਹਾ। ਰਾਸ਼ਟਰਪਤੀ ਟਰੰਪ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪੁਸ਼ਟੀ ਕੀਤੀ ਕਿ ਪਰਦੇ ਦੇ ਪਿੱਛੇ ਈਰਾਨੀ ਅਧਿਕਾਰੀਆਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ ਤਾਂ ਜੋ ਖੇਤਰ ਵਿੱਚ ਸ਼ਾਂਤੀ ਬਹਾਲ ਕੀਤੀ ਜਾ ਸਕੇ। ਟਰੰਪ ਦੇ ਮੁਤਾਬਕ ਭਾਵੇਂ ਗੱਲਬਾਤ ਦਾ ਦੌਰ ਜਾਰੀ ਹੈ, ਪਰ ਈਰਾਨ ਅਜੇ ਵੀ ਉਹਨਾਂ ਸ਼ਰਤਾਂ ਤੇ ਸਹਿਮਤ ਨਹੀਂ ਹੋ ਰਿਹਾ ਜੋ ਜੰਗ ਨੂੰ ਰੋਕਣ ਲਈ ਜ਼ਰੂਰੀ ਹਨ। ਜਿੱਥੇ ਇੱਕ ਪਾਸੇ ਟਰੰਪ ਨੇ ਗੱਲਬਾਤ ਦਾ ਰਾਹ ਖੁੱਲ੍ਹਾ ਰੱਖਣ ਦੀ ਗੱਲ ਕਹੀ ਹੈ, ਉੱਥੇ ਉਹਨਾਂ ਨੇ ਇਹ ਵੀ ਸਾਫ਼ ਕਰ ਦਿੱਤਾ ਕਿ ਅਮਰੀਕਾ ਆਪਣੇ ਹਿੱਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਤਿਆਰ ਹੈ। ਰਾਸ਼ਟਰਪਤੀ ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪੂਰੀ ਦੁਨੀਆ ਦੀਆਂ ਨਜ਼ਰਾਂ ਈਰਾਨ ਅਤੇ ਇਜ਼ਰਾਈਲ ਦੇ ਵੱਧਦੇ ਤਣਾਅ ਤੇ ਟਿਕੀਆਂ ਹੋਈਆਂ ਹਨ। ਮਾਹਰਾਂ ਦਾ ਇਹ ਮੰਨਣਾ ਹੈ ਕਿ ਟਰੰਪ ਪ੍ਰਸ਼ਾਸਨ ਈਰਾਨ ਤੇ ਵੱਧ ਤੋਂ ਵੱਧ ਦਬਾਅ ਦੀ ਨੀਤੀ ਤਹਿਤ ਉਸ ਨੂੰ ਗੋਡਿਆਂ ਭਾਰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਇੱਕ ਨਵਾਂ ਅਤੇ ਸਖਤ ਪਰਮਾਣੂ ਸਮਝੌਤਾ ਸਿਰੇ ਚੜ੍ਹ ਸਕੇ। ਹੁਣ ਸਾਰਿਆਂ ਦੀਆਂ ਨਜ਼ਰਾਂ ਈਰਾਨ ਦੇ ਸਰਵਉੱਚ ਨੇਤਾ ਅਤੇ ਉੱਥੋਂ ਦੀ ਸਰਕਾਰ ਦੇ ਅਗਲੇ ਕਦਮ ਤੇ ਹਨ ਕਿ ਈਰਾਨ ਅਮਰੀਕਾ ਦੀਆਂ ਸ਼ਰਤਾਂ ਅੱਗੇ ਝੁਕੇਗਾ ਜਾਂ ਨਹੀਂ। ਇਹ ਟਕਰਾਅ ਹੋਰ ਭਿਆਨਕ ਰੂਪ ਧਾਰਨ ਕਰੇਗਾ। ਇਹ ਸਵਾਲ ਹੁਣ ਪੈਦਾ ਹੋ ਰਿਹਾ, ਜਿਸ ਕਰਕੇ ਬਹੁਤ ਸਾਰੇ ਲੋਕ ਇਸ ਦੁਚਿੱਤੀ ਦੇ ਵਿੱਚ ਫਸੇ ਹੋਏ ਹਨ ਕਿ ਆਖਰ ਦੇ ਵਿੱਚ ਕੀ ਹੋਵੇਗਾ। ਈਰਾਨ ਦੇ ਖਿਲਾਫ ਵਿੱਢੀ ਗਈ ਫੌਜੀ ਮੁਹਿੰਮ ਨੂੰ ਲੈ ਕੇ ਵਾਈਟ ਹਾਊਸ ਨੇ ਵੱਡਾ ਖੁਲਾਸਾ ਕੀਤਾ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੀਨੀਅਰ ਆਰਥਿਕ ਸਲਾਹਕਾਰ ਕੇਵਿਨ ਹੈਸੇਟ ਨੇ ਦੱਸਿਆ ਕਿ ਇਜ਼ਰਾਈਲ ਦੇ ਨਾਲ ਮਿਲ ਕੇ ਸ਼ੁਰੂ ਕੀਤੇ ਗਏ ਇਸ ਸਾਂਝੇ ਹਮਲੇ ਤੇ ਹੁਣ ਤੱਕ ਅਮਰੀਕਾ 12 ਅਰਬ ਡਾਲਰ ਯਾਨੀ ਕਿ ਲਗਭਗ 1 ਲੱਖ ਕਰੋੜ ਰੁਪਏ ਤੋਂ ਵੱਧ ਖਰਚ ਕਰ ਚੁੱਕਿਆ ਹੈ। ਪੈਂਟਾਗਨ ਦੇ ਅੰਦਾਜ਼ੇ ਮੁਤਾਬਕ ਜੰਗ ਦੇ ਪਹਿਲੇ 6 ਦਿਨਾਂ ਦੇ ਅੰਦਰ ਹੀ 11.3 ਅਰਬ ਡਾਲਰ ਖਰਚ ਹੋ ਗਏ ਸਨ। ਇਸ ਦਾ ਮੁੱਖ ਕਾਰਨ ਵੱਡੇ ਪੱਧਰ ਤੇ ਹਵਾਈ ਹਮਲੇ ਅਤੇ ਮਾਰੂ ਹਥਿਆਰਾਂ ਦੀ ਵਰਤੋਂ ਸੀ। ਹਾਲਾਂਕਿ ਹੈਸੇਟ ਨੇ ਸਪਸ਼ਟ ਕੀਤਾ ਕਿ ਇਹ ਅਜੇ ਪੂਰੀ ਜੰਗ ਦਾ ਖਰਚਾ ਨਹੀਂ ਹੈ, ਕਿਉਂਕਿ ਫੌਜੀ ਕਾਰਵਾਈ ਅਜੇ ਕਈ ਹਫ਼ਤੇ ਹੋਰ ਚੱਲਣ ਦੀ ਉਮੀਦ ਹੈ। ਇਸ ਹਮਲੇ 'ਚ ਹੁਣ ਤੱਕ ਭਾਰੀ ਜਾਨੀ ਨੁਕਸਾਨ ਹੋਣ ਦੀਆਂ ਰਿਪੋਰਟਾਂ ਹਨ। ਦੱਸਿਆ ਜਾ ਰਿਹਾ ਹੈ ਕਿ ਈਰਾਨ 'ਚ ਲਗਭਗ 1200 ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ ਦੇਸ਼ ਦੇ ਸਾਬਕਾ ਸੁਪਰੀਮ ਲੀਡਰ ਅਲੀ ਖਾਮੇਨੀ ਵੀ ਸ਼ਾਮਲ ਹਨ। ਦੂਜੇ ਪਾਸੇ ਇਸ ਆਪਰੇਸ਼ਨ ਦੌਰਾਨ ਅਮਰੀਕਾ ਦੇ 14 ਸੈਨਿਕਾਂ ਦੀ ਵੀ ਮੌਤ ਹੋ ਚੁੱਕੀ ਹੈ। ਅਮਰੀਕੀ ਪ੍ਰਸ਼ਾਸਨ ਜਨਤਾ ਨੂੰ ਭਰੋਸਾ ਦੇ ਰਿਹਾ ਹੈ ਕਿ ਇਸ ਜੰਗ ਦਾ ਦੇਸ਼ ਦੀ ਆਰਥਿਕਤਾ ਤੇ ਕੋਈ ਮਾੜਾ ਅਸਰ ਨਹੀਂ ਪਵੇਗਾ। ਹੈਸੇਟ ਮੁਤਾਬਕ ਅਮਰੀਕਾ ਕੋਲ ਹਥਿਆਰਾਂ ਦੇ ਕਾਫੀ ਭੰਡਾਰ ਮੌਜੂਦ ਹਨ, ਇਸ ਲਈ ਕਾਂਗਰਸ ਤੋਂ ਵਾਧੂ ਫੰਡ ਮੰਗਣ ਦੀ ਲੋੜ ਨਹੀਂ ਪਵੇਗੀ। ਅਮਰੀਕਾ ਨੇ 1970 ਦੇ ਊਰਜਾ ਸੰਕਟ ਵਰਗੇ ਹਾਲਾਤਾਂ ਤੋਂ ਬਚਣ ਲਈ ਵੈਨਜ਼ੂਏਲਾ ਅਤੇ ਮੋਰੋਕੋ ਤੋਂ ਤੇਲ ਅਤੇ ਖਾਦਾਂ ਦੀ ਸਪਲਾਈ ਵਧਾਉਣ ਲਈ ਪਰਮਿਟ ਜਾਰੀ ਕੀਤੇ ਹਨ। ਇਹ ਫੌਜੀ ਕਾਰਵਾਈ 28 ਫਰਵਰੀ ਨੂੰ ਸ਼ੁਰੂ ਹੋਈ ਸੀ। ਰੱਖਿਆ ਅਧਿਕਾਰੀਆਂ ਦਾ ਇਹ ਮੰਨਣਾ ਹੈ ਕਿ ਇਹ ਜੰਗ 4 ਤੋਂ 6 ਹਫ਼ਤਿਆਂ ਤੱਕ ਚੱਲ ਸਕਦੀ ਹੈ। ਊਰਜਾ ਸਕੱਤਰ ਕ੍ਰਿਸ ਰਾਈਟ ਨੇ ਵੀ ਉਮੀਦ ਜਤਾਈ ਹੈ ਕਿ ਕੁਝ ਹਫ਼ਤਿਆਂ ਵਿੱਚ ਜੰਗ ਸਮਾਪਤ ਹੋ ਜਾਵੇਗੀ। ਵਾਈਟ ਹਾਊਸ ਦਾ ਦਾਅਵਾ ਹੈ ਕਿ ਇਹ ਮੁਹਿੰਮ ਉਮੀਦ ਨਾਲੋਂ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਦੇ ਸਹਿਯੋਗੀ ਦੇਸ਼ ਹੋਰਮੁਜ਼ ਸਟ੍ਰੇਟ ਨੂੰ ਖੋਲਣ ਵਿੱਚ ਮਦਦ ਨਹੀਂ ਕਰਦੇ ਤਾਂ ਨਾਟੋ ਦਾ ਭਵਿੱਖ ਬਹੁਤ ਮਾੜਾ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਯੂਰਪੀ ਦੇਸ਼ਾਂ ਨੂੰ ਇੱਕ ਸਖਤ ਸੰਦੇਸ਼ ਦਿੱਤਾ ਹੈ ਕਿ ਉਹ ਈਰਾਨ ਦੇ ਖਿਲਾਫ ਉਹਨਾਂ ਦੀਆਂ ਜੰਗੀ ਕੋਸ਼ਿਸ਼ਾਂ ਵਿੱਚ ਸ਼ਾਮਲ ਹੋਣ। ਟਰੰਪ ਨੇ ਇੰਟਰਵਿਊ ਵਿੱਚ ਇਹ ਵੀ ਕਿਹਾ ਕਿ ਉਹ ਇਸ ਮਹੀਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਹੋਣ ਵਾਲੀ ਸਿਖਰ ਸੰਮੇਲਨ ਨੂੰ ਟਾਲ ਸਕਦੇ ਹਨ। ਦਰਅਸਲ ਉਹ ਹੋਰਮੁਜ਼ ਸਟ੍ਰੇਟ ਨੂੰ ਖੁਲਵਾਉਣ ਲਈ ਚੀਨ ਤੇ ਦਬਾਅ ਪਾ ਰਹੇ ਹਨ। ਟਰੰਪ ਨੇ ਵੀ ਕਿਹਾ ਕਿ ਇਹ ਬਿਲਕੁਲ ਸਹੀ ਹੈ ਕਿ ਜੋ ਲੋਕ ਇਸ ਜਲਡਮਰੂ ਤੋਂ ਫਾਇਦਾ ਉਠਾਉਂਦੇ ਹਨ ਉਹ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਨ ਕਿ ਉੱਥੇ ਕੁਝ ਵੀ ਮਾੜਾ ਨਾ ਹੋਵੇ। ਉਹਨਾਂ ਨੇ ਇਹ ਤਰਕ ਦਿੱਤਾ ਹੈ ਕਿ ਅਮਰੀਕਾ ਦੇ ਉਲਟ ਯੂਰਪ ਅਤੇ ਚੀਨ ਖਾੜੀ ਖੇਤਰ ਤੋਂ ਆਉਣ ਵਾਲੇ ਤੇਲ ਤੋਂ ਬਹੁਤ ਜ਼ਿਆਦਾ ਨਿਰਭਰ ਹਨ। ਉਹਨਾਂ ਨੇ ਅੱਗੇ ਵੀ ਕਿਹਾ ਕਿ ਜੇਕਰ ਕੋਈ ਜਵਾਬ ਨਹੀਂ ਮਿਲਦਾ ਜਾਂ ਫਿਰ ਨਕਾਰਾਤਮਕ ਜਵਾਬ ਮਿਲਦਾ ਹੈ
ਤਾਂ ਮੈਨੂੰ ਲੱਗਦਾ ਹੈ ਕਿ ਇਹ ਨਾਟੋ ਦੇ ਭਵਿੱਖ ਲਈ ਬਹੁਤ ਮਾੜਾ ਹੋਵੇਗਾ। ਅਕਸਰ ਨਾਟੋ ਗੱਠਜੋੜ ਦੀ ਆਲੋਚਨਾ ਕਰਨ ਵਾਲੇ ਟਰੰਪ ਨੇ ਕਿਹਾ ਕਿ ਸਾਡੇ ਕੋਲ ਨਾਟੋ ਨਾਮ ਦੀ ਇੱਕ ਚੀਜ਼ ਹੈ। ਸਾਨੂੰ ਯੂਕਰੇਨ ਦੇ ਮਾਮਲੇ ਵਿੱਚ ਉਹਨਾਂ ਦੀ ਕੋਈ ਲੋੜ ਨਹੀਂ ਸੀ। ਯੂਕਰੇਨ ਸਾਡੇ ਤੋਂ ਹਜ਼ਾਰਾਂ ਮੀਲ ਦੂਰ ਹੈ, ਫਿਰ ਵੀ ਅਸੀਂ ਉਹਨਾਂ ਦੀ ਮਦਦ ਕੀਤੀ। ਹੁਣ ਅਸੀਂ ਦੇਖਾਂਗੇ ਕਿ ਕੀ ਉਹ ਸਾਡੀ ਮਦਦ ਕਰ ਸਕਦੇ ਹਨ ਜਾਂ ਨਹੀਂ। ਉਹਨਾਂ ਨੇ ਕਿਹਾ ਉਹ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਹਨ ਕਿ ਅਸੀਂ ਉਹਨਾਂ ਲਈ ਮੌਜੂਦ ਰਹਾਂਗੇ, ਪਰ ਉਹ ਸਾਡੇ ਲਈ ਮੌਜੂਦ ਨਹੀਂ ਰਹਿਣਗੇ। ਟਰੰਪ ਨੇ ਇਸ਼ਾਰਾ ਕੀਤਾ ਕਿ ਯੂਰਪੀ ਕਮਾਂਡੋ ਟੀਮਾਂ ਜਾਂ ਹੋਰ ਫੌਜੀ ਮਦਦ ਚਾਹੁੰਦੇ ਹਨ ਤਾਂ ਜੋ ਖਾੜੀ ਖੇਤਰ ਵਿੱਚ ਡਰੋਨ ਅਤੇ ਸਮੁੰਦਰੀ ਮਾਈਨਸ ਰਾਹੀਂ ਮੁਸ਼ਕਲਾਂ ਖੜੀਆਂ ਕਰਨ ਵਾਲੇ ਇਰਾਨੀਆਂ ਨੂੰ ਖਤਮ ਕੀਤਾ ਜਾ ਸਕੇ। ਟਰੰਪ ਨੇ ਅੱਗੇ ਵੀ ਦੱਸਿਆ ਕਿ ਅਸੀਂ ਉਹਨਾਂ ਤੇ ਬਹੁਤ ਜ਼ੋਰਦਾਰ ਹਮਲਾ ਕਰ ਰਹੇ ਹਾਂ। ਉਹਨਾਂ ਕੋਲ ਸਟ੍ਰੇਟ ਵਿੱਚ ਥੋੜੀ ਬਹੁਤ ਗੜਬੜ ਕਰਨ ਤੋਂ ਇਲਾਵਾ ਕੁਝ ਨਹੀਂ ਬਚਿਆ ਹੈ, ਪਰ ਇਹ ਲੋਕ ਇਸ ਤੋਂ ਫਾਇਦਾ ਉਠਾਉਣ ਵਾਲੇ ਹਨ ਅਤੇ ਇਸ ਦੀ ਨਿਗਰਾਨੀ ਲਈ ਉਹਨਾਂ ਨੂੰ ਸਾਡੀ ਮਦਦ ਕਰਨੀ ਚਾਹੀਦੀ ਹੈ। ਅਸੀਂ ਉਹਨਾਂ ਦੀ ਮਦਦ ਕਰਾਂਗੇ, ਪਰ ਉਹਨਾਂ ਨੂੰ ਵੀ ਉੱਥੇ ਮੌਜੂਦ ਰਹਿਣਾ ਚਾਹੀਦਾ ਹੈ। ਕੁਝ ਲੋਕਾਂ ਤੇ ਨਜ਼ਰ ਰੱਖਣ ਲਈ ਤੁਹਾਨੂੰ ਕਾਫੀ ਲੋਕਾਂ ਦੀ ਲੋੜ ਹੁੰਦੀ ਹੈ। ਕੈਨੇਡਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਉਜੈਨ ਦੇ ਰਹਿਣ ਵਾਲੇ ਇੱਕ ਭਾਰਤੀ ਵਿਦਿਆਰਥੀ ਗੁਰਕਿਰਤ ਸਿੰਘ ਮਨੋਚਾ ਦੀ ਇੱਕ ਹਿੰਸਕ ਘਟਨਾ ਦੌਰਾਨ ਮੌਤ ਹੋ ਗਈ ਹੈ। ਇਹ ਘਟਨਾ ਬ੍ਰਿਟਿਸ਼ ਕੋਲੰਬੀਆ ਦੇ ਫੋਰਟ ਸੈਂਟ ਜੋਨ ਇਲਾਕੇ ਵਿੱਚ ਵਾਪਰੀ ਹੈ। ਪਰਿਵਾਰ ਦੇ ਅਨੁਸਾਰ ਇਹ ਦਰਦਨਾਕ ਘਟਨਾ ਸ਼ਨੀਵਾਰ ਨੂੰ ਵਾਪਰੀ, ਜਦੋਂ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਹਮਲਾਵਰਾਂ ਨੇ ਗੁਰਕਿਰਤ ਤੇ ਜਾਨਲੇਵਾ ਹਮਲਾ ਕਰ ਦਿੱਤਾ। ਗੁਰਕਿਰਤ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਕੈਨੇਡੀਅਨ ਪੁਲਿਸ ਨੇ ਮਾਮਲੇ ਦੀ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਪਰਿਵਾਰ ਨੇ ਮੰਗ ਕੀਤੀ ਹੈ ਕਿ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ। ਗੁਰਕਿਰਤ ਕਰੀਬ ਸਵਾ ਸਾਲ ਪਹਿਲਾਂ ਹੀ ਉੱਚ ਸਿੱਖਿਆ ਅਤੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਗਿਆ ਸੀ। ਉਹ ਉੱਥੇ ਦੇ ਨਾਰਦਰਨ ਲਾਈਟਸ ਕਾਲਜ ਵਿੱਚ ਬਿਜ਼ਨਸ ਮੈਨੇਜਮੈਂਟ ਦੇ ਪੋਸਟ ਡਿਗਰੀ ਡਿਪਲੋਮਾ ਪ੍ਰੋਗਰਾਮ ਦੀ ਪੜ੍ਹਾਈ ਕਰ ਰਿਹਾ ਸੀ। ਇਸ ਦੁਖਦ ਖਬਰ ਤੋਂ ਬਾਅਦ ਉਜੈਨ ਦੀ ਪਾਸ਼ਵਨਾਥ ਕਲੋਨੀ ਸਥਿਤ ਗੁਰਕਿਰਤ ਦੇ ਘਰ ਅਤੇ ਸਥਾਨਕ ਭਾਈਚਾਰੇ ਵਿੱਚ ਡੂੰਘੇ ਸੋਗ ਦੀ ਲਹਿਰ ਪਸਰ ਗਈ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਵੀ ਇਸ ਮਾਮਲੇ ਵਿੱਚ ਦਖਲ ਦਿੰਦਿਆਂ ਪੀੜਿਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ। ਪਰਿਵਾਰ ਹੁਣ ਕੈਨੇਡੀਅਨ ਪੁਲਿਸ ਦੀ ਜਾਂਚ ਤੋਂ ਇਨਸਾਫ ਅਤੇ ਸਪਸ਼ਟਤਾ ਦੀ ਉਡੀਕ ਕਰ ਰਿਹਾ ਹੈ। ਮੱਧਪੂਰਬ ਵਿੱਚ ਜਾਰੀ ਜੰਗ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਜਿੱਤ ਦੇ ਦਾਅਵਿਆਂ ਦੇ ਵਿਚਕਾਰ ਅਮਰੀਕਾ ਦੇ ਤੇਲ ਉਦਯੋਗ ਤੋਂ ਇੱਕ ਬੇहद ਚਿੰਤਾਜਨਕ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਤੇਲ ਕੰਪਨੀਆਂ ਦੇ ਵੱਡੇ ਅਧਿਕਾਰੀਆਂ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸਿੱਧੀ ਚੇਤਾਵਨੀ ਦਿੱਤੀ ਹੈ ਕਿ ਮੌਜੂਦਾ ਊਰਜਾ ਸੰਕਟ ਸ਼ਾਇਦ ਅਜੇ ਹੋਰ ਵੀ ਭਿਆਨਕ ਰੂਪ ਧਾਰਨ ਕਰੇਗਾ। ਤੇਲ ਉਦਯੋਗ ਦੇ ਇਨ੍ਹਾਂ ਮੁਖੀਆਂ ਅਨੁਸਾਰ ਜੰਗ ਦੇ ਕਾਰਨ ਪੈਦਾ ਹੋਈ ਅਸਥਿਰਤਾ ਦੇ ਸਪਲਾਈ ਚੇਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਉਹਨਾਂ ਨੇ ਟਰੰਪ ਪ੍ਰਸ਼ਾਸਨ ਨੂੰ ਸੁਚੇਤ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਊਰਜਾ ਦੀ ਕਿੱਲਤ ਅਤੇ ਕੀਮਤਾਂ ਵਿੱਚ ਵਾਧਾ ਹੋਣ ਦੀ ਪੂਰੀ ਸੰਭਾਵਨਾ ਹੈ। ਜੰਗੀ ਹਾਲਾਤ ਅਤੇ ਤੇਲ ਦੀਆਂ ਕੀਮਤਾਂ ਇਹ ਚੇਤਾਵਨੀ ਅਜਿਹੇ ਸਮੇਂ ਆਈਆਂ ਹਨ ਜਦੋਂ ਕੱਚਾ ਤੇਲ ਪਹਿਲਾਂ ਹੀ $100 ਪ੍ਰਤੀ ਬੈਰਲ ਦੇ ਆંકੜੇ ਨੂੰ ਪਾਰ ਕਰ ਚੁੱਕਿਆ ਹੈ। ਦੂਜੇ ਪਾਸੇ ਇਰਾਨ ਨੇ ਹੋਰਮੁਜ਼ ਸਟ੍ਰੇਟ ਵਿੱਚ ਭਾਰਤੀ ਜਹਾਜ਼ਾਂ ਸਮੇਤ ਕਈ ਵਪਾਰਕ ਜਹਾਜ਼ਾਂ ਤੇ ਪਾਬੰਦੀਆਂ ਲਗਾਉਣ ਦੇ ਸੰਕੇਤ ਦਿੱਤੇ ਹਨ। ਇਸ ਤੋਂ ਇਲਾਵਾ ਚੀਨ ਨੇ ਪਹਿਲਾਂ ਹੀ ਈਂਧਨ ਦੇ ਨਿਰਯਾਤ ਤੇ ਰੋਕ ਲਗਾ ਦਿੱਤੀ ਹੈ, ਜਿਸ ਨਾਲ ਹਵਾਈ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਭਾਵੇਂ ਟਰੰਪ ਦਾਅਵਾ ਕਰ ਰਹੇ ਹਨ ਕਿ ਉਹਨਾਂ ਨੇ ਈਰਾਨ ਵਿਰੁੱਧ ਜੰਗ ਜਿੱਤ ਲਈ ਹੈ, ਪਰ ਤੇਲ ਉਦਯੋਗ ਦੇ ਮੁਖੀਆਂ ਦੀ ਇਸ ਚੇਤਾਵਨੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਆਰਥਿਕ ਮੋਰਚੇ ਤੇ ਅਜੇ ਵੀ ਵੱਡਾ ਖਤਰਾ ਮੰਡਰਾ ਰਿਹਾ ਹੈ। ਫੌਜਾਂ ਦੀ ਵਾਪਸੀ ਨਾ ਹੋਣ ਅਤੇ ਈਰਾਨ ਵੱਲੋਂ ਹਰਜਾਨੇ ਦੀ ਮੰਗ ਨੇ ਇਸ ਸੰਕਟ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਹੈ। ਮੱਧਪੂਰਬ ਵਿੱਚ ਜਾਰੀ ਭਿਆਨਕ ਜੰਗ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵਾਰ-ਵਾਰ ਦਾਅਵਾ ਕੀਤਾ ਕਿ 28 ਫਰਵਰੀ ਤੋਂ ਸ਼ੁਰੂ ਹੋਈ ਜੰਗ ਹੁਣ ਖਤਮ ਹੋਣ ਵਾਲੀ ਹੈ। ਟਰੰਪ ਮੁਤਾਬਕ ਈਰਾਨ ਕੋਲ ਪਲਟਾਵਾਰ ਕਰਨ ਦੀ ਤਾਕਤ ਨਹੀਂ ਬਚੀ ਹੈ। ਹੁਣ ਟਰੰਪ ਦੇ ਦਾਅਵਿਆਂ ਨੂੰ ਚੁਣੌਤੀ ਦਿੰਦਿਆਂ ਈਰਾਨ ਦੇ ਨਵੇਂ ਸੁਪਰੀਮ ਲੀਡਰ ਮੁਸ਼ਤਬਾ ਖਾਮੇਨੀ ਨੇ ਸਖਤ ਚੇਤਾਵਨੀ ਜਾਰੀ ਕੀਤੀ ਹੈ। ਮੁਸ਼ਤਬਾ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜੰਗ ਵਿੱਚ ਹੋਏ ਨੁਕਸਾਨ ਦਾ ਮੁਆਵਜ਼ਾ ਦੇਣਾ ਪਵੇਗਾ, ਨਹੀਂ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਸਰੋਤਾਂ ਅਨੁਸਾਰ ਮੁਸ਼ਤਬਾ ਖਾਮੇਨੀ ਨੇ ਦੁਸ਼ਮਣ ਦੇਸ਼ਾਂ ਤੋਂ ਹਰਜਾਨੇ ਦੀ ਮੰਗ ਕੀਤੀ ਹੈ। ਨਾਲ ਹੀ ਇਹ ਵੀ ਕਿਹਾ ਕਿ ਜੇਕਰ ਮੁਆਵਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਤਾਂ ਈਰਾਨ ਦੁਸ਼ਮਣ ਦੀ ਉਨੀ ਜਾਇਦਾਦ ਜ਼ਬਤ ਕਰ ਲਵੇਗਾ ਜਿੰਨੀ ਉਹ ਖੁਦ ਤੈਅ ਕਰੇਗਾ। ਉਹਨਾਂ ਨੇ ਇਹ ਵੀ ਚੇਤਾਵਨੀ ਵੀ ਦਿੱਤੀ ਕਿ ਜੇਕਰ ਜਾਇਦਾਦ ਜ਼ਬਤ ਕਰਨਾ ਸੰਭਵ ਨਾ ਹੋਇਆ ਤਾਂ ਉਹ ਉਸ ਦੀ ਉਨੀ ਹੀ ਜਾਇਦਾਦ ਨੂੰ ਤਬਾਹ ਕਰ ਦੇਣਗੇ। ਖਾਮੇਨੀ ਨੇ ਜੰਗ ਵਿੱਚ ਮਾਰੇ ਗਏ ਲੋਕਾਂ ਦੇ ਖੂਨ ਦਾ ਬਦਲਾ ਲੈਣ ਦੀ ਵੀ ਸਹੁੰ ਖਾਧੀ ਹੈ। ਉਹਨਾਂ ਨੇ ਸਪਸ਼ਟ ਕੀਤਾ ਕਿ ਤਹਿਰਾਨ ਆਪਣੇ ਸ਼ਹੀਦਾਂ ਦੇ ਖੂਨ ਦਾ ਬਦਲਾ ਜ਼ਰੂਰ ਲਵੇਗਾ। ਇੱਕ ਮਹਿਲਾ ਐਂਕਰ ਨੇ ਉਸ ਦਾ ਸੁਨੇਹਾ ਪੜ੍ਹਿਆ ਸੀ। ਸੁਨੇਹੇ ਅਨੁਸਾਰ ਜੇ ਲੋੜ ਪਈ ਤਾਂ ਈਰਾਨ ਹੋਰ ਮੋਰਚੇ ਖੋਲ ਸਕਦਾ ਹੈ। ਈਰਾਨ ਆਪਣੇ ਗੁਆਂਢੀਆਂ ਨਾਲ ਚੰਗੇ ਸਬੰਧ ਚਾਹੁੰਦਾ ਹੈ। ਇਹ ਸਿਰਫ ਉਹਨਾਂ ਟਿਕਾਣਿਆਂ ਤੇ ਹਮਲਾ ਕਰੇਗਾ ਜਿੱਥੋਂ ਉਸ ਤੇ ਹਮਲਾ ਕੀਤਾ ਜਾਂਦਾ ਹੈ। ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਲਗਾਤਾਰ ਇਹ ਦਾਅਵਾ ਕਰ ਰਹੇ ਹਨ ਕਿ ਈਰਾਨ ਵਿਰੁੱਧ ਸ਼ੁਰੂ ਹੋਈ ਜੰਗ ਹੁਣ ਆਪਣੇ ਆਖਰੀ ਦੌਰ ਵਿੱਚ ਹੈ। ਇਸ ਦੇ ਨਾਲ ਹੀ ਅਮਰੀਕੀ ਰੱਖਿਆ ਸਕੱਤਰ ਪੀਟ ਹੈਗਸੇਥ ਨੇ ਵੀ ਦਾਅਵਾ ਕੀਤਾ
ਕੀਤਾ ਕਿ ਮੁਸ਼ਤਬਾ ਖਾਮੇਨੀ ਅਮਰੀਕੀ ਹਮਲਿਆਂ ਕਾਰਨ ਜ਼ਖਮੀ ਹੋ ਗਏ ਹਨ ਅਤੇ ਉਹਨਾਂ ਨੂੰ ਲੁਕਣ ਲਈ ਮਜਬੂਰ ਹੋਣਾ ਪਿਆ। ईरान के विदेश मंत्री सैयद अब्बास ने स्पष्ट किया कि ईरान अमेरिका नाल किसी भी तरह की जंगबंदी या गलबात की मंग नहीं कर रहा। उन्होंने कहा ईरान उदों तक अपनी रखिया जारी रखेगा जदों तक ट्रंप ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਇਹ ਇੱਕ ਗੈਰ ਕਾਨੂੰਨੀ ਜੰਗ ਹੈ। ईरान ਦੇ ਇਸ ਹਮਲਾਵਰ ਰੁਖ ਨੇ ਸੰਕੇਤ ਦਿੱਤਾ ਕਿ ਮੱਧ ਪੂਰਬ ਵਿੱਚ ਸੰਕਟ ਫਿਲਹਾਲ ਥੰਮਣ ਵਾਲਾ ਨਹੀਂ ਹੈ, ਭਾਵੇਂ ਅਮਰੀਕਾ ਜਿੱਤ ਦੇ ਦਾਅਵੇ ਕਿਉਂ ਨਾ ਕਰ ਰਿਹਾ ਹੋਵੇ। ਕੈਨੇਡਾ ਦੀ ਰਾਜਧਾਨੀ ਓਟਵਾ ਦੇ ਸੈਂਟਰ ਟਾਊਨ ਇਲਾਕੇ ਵਿੱਚ ਇੱਕ ਉੱਚੀ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਜਦਕਿ 3 ਹੋਰ ਵਿਅਕਤੀ ਜ਼ਖਮੀ ਹੋ ਗਏ। ਪ੍ਰਾਪਤ ਵੇਰਵਿਆਂ ਮੁਤਾਬਕ ਇਹ ਅੱਗ ਸ਼ਨੀਵਾਰ ਰਾਤ ਲਗਭਗ 9:30 ਵਜੇ 19 ਮੰਜ਼ਿਲਾਂ ਵਾਲੀ ਇੱਕ ਰਿਹਾਇਸ਼ੀ ਇਮਾਰਤ ਦੇ ਉੱਪਰੀ ਮੰਜ਼ਲ ਤੇ ਲੱਗੀ ਹੈ। ਸੂਚਨਾ ਮਿਲਣ ਉਪਰੰਤ ਫਾਇਰ ਸਰਵਿਸ ਦੇ ਅੱਗ ਬੁਝਾਊ ਦਸਤਿਆਂ ਨੇ ਮੌਕੇ ਤੇ ਪਹੁੰਚ ਕੇ ਬਚਾਅ ਕਾਰਵਾਈ ਸ਼ੁਰੂ ਕੀਤੀ ਹੈ। अधिकारियों मुताबिक अग कारण 2 लोगों की मौके ते मौत हो गई है जबकि 3 होर व्यक्ति जख्मी हो गए जिन्होंने इलाज लई अस्पताल भेजा गया है। ओटवा फायर सर्विस के बुलारे निक ने दस्सिया कि अग के कारणों की जांच की जा रही है। इस मामले की तफ्तीश ओंटारियो फायर मार्शल के दफ्तर वालों की जा रही है। मिडल ईस्ट विच जारी संघर्ष घटन की बजाय होर वधदा जा रहा है। अमेरिका इजराइल और ईरान विचाले लड़ाई हुण एक अस्थिर दौर विच प्रवेश कर चुकी है। ईरान वालों किए गए ड्रोन हमले कारण दुबई एयरपोर्ट ते अग लग गई है जिस कारण उड़ाना मुअत्तल करनियां पईयां। दरअसल सोमवार नूं ईरान वालों किए गए ड्रोन हमले नाल दुबई एयरपोर्ट के फ्यूल टैंक विच भयानक अग लग गई। एयरपोर्ट ते होए ड्रोन हमले तो बाद अफड़ा दफड़ी मच गई है अते धुएं दे गुबार दूर तक देखे गए। घटना के तुरंत बाद एमरजेंसी टीमां पहुंचियां अते अग ते काबू पा लिया गया। अधिकारियों अनुसार स्थिति हुण पूरी तरह कंट्रोल हेठ है। राहत की गल यह रही है कि इस घटना में किसी के जानी नुकसान की सूचना नहीं है। सुरक्षा के मद्देनजर दुबई सिविल एविएशन अथॉरिटी ने यात्रियों और स्टाफ की सुरक्षा को ध्यान में रखते हुए दुबई इंटरनेशनल एयरपोर्ट से उड़ानों को अस्थाई तौर पर मुअत्तल करने का ऐलान किया है। दुबई मीडिया ऑफिस के अनुसार ईरान वालों किए गए ड्रोन हमले ने एयरपोर्ट के आले दुआले मौजूद एक फ्यूल टैंक को प्रभावित किया जिस तो बाद सिविल डिफेंस टीमां ने तुरंत अग बुझाउण की मुहिम शुरू की। सुरक्षा प्रोटोकॉल सरगर्म कर दिए गए सन और अग ते काबू पाउंदे ही स्थिति आम वांग करन दे यतन जारी हैं। ਜ਼ਿਕਰਯੋਗ है कि मिडल ईस्ट विच तनाव के विचकार UAE पहला भी ईरान वालों वड्डी गिनती विच मिसाइलों और ड्रोन हमलों का सामना कर चुका है। इन्हां दा असर इसके महत्वपूर्ण बुनियादी ढांचे एयरपोर्ट पोर्ट और तेल सहूलतां ते पिया। थाईलैंड सरकार गैर कानूनी तरीके नाल आयात किए गए इलैक्ट्रॉनिक कूड़े यानी ई-वेस्ट की एक वड्डी खेप नूं वापस अमेरिका भेजण की तैयारी कर रही है। अधिकारियों ने इस खेप नूं लेम चाबांग बंदरगाह ते जब्त किया सी। लगभग 284 टन वजन वाली इस खेप नूं डिपार्टमेंट ऑफ स्पैशल इन्वेस्टिगेशन कस्टम अधिकारियों और प्रदूषण कंट्रोल विभाग द्वारा की गई सांझी जांच तो बाद फड़िया गया। उप प्रधानमंत्री सुचाट ने पुष्टि की है कि इस ऑपरेशन दौरान लगभग 2,85,000 किलोग्राम ई कूड़ा लैके जा रहे 12 शिपिंग कंटेनर जब्त किए गए। इन्हां सारे कंटेनरां नूं हुण वापस अमेरिका भेज दिता जाएगा। कस्टम विभाग के डायरैक्टर जनरल ने दस्सिया कि एक घटना DSI की सख्त जांच तो बाद सामने आई है। तस्करां ने कस्टम अधिकारियों को धोखा देने लई इस खतरनाक इलैक्ट्रॉनिक कूड़े नूं हैती तो आया होया स्क्रैप मैटल दस के लुकाउण की कोशिश की। 100% अंतरराष्ट्रीय प्रोटोकॉल की पालना को यकीनी बनाने लई थाई अधिकारी हुण 714 वाधू कंटेनरां ते भी नज़र रख रहे हैं जो इस समय रस्ते विच हन। थाईलैंड हुण अपने देश नूं विदेशी कूड़ा दा डंपिंग ग्राउंड नहीं बनन देना चाहता। मध्य पूरब च चल रही जंग हुण एक बेहद खतरनाक मोड़ ते पहुंच गई है। ईरान के शक्तिशाली फौजी संगठन इस्लामिक रेवोल्यूशनरी गार्ड कोर ने इजरायली प्रधानमंत्री बेंजामिन नेतन्याहू विरुद्ध सख्त रुख अख्तियार कर लिया है। IRGC ने ऐलान किया कि वह अयातुल्ला अली खामेनी की मौत का बदला लैण लई नेतन्याहू का पिछा करनगे अते उन्हां नूं मार देणगे। बदले की चेतावनी दी गई है। ईरानी फौज ने अपनी अधिकारित वैबसाइट राही बयान जारी करदिआं ਇਹ ਕਿਹਾ ਕਿ 28 फरवरी ਨੂੰ ਹੋਈ ਅਯਾਤੁੱਲਾ ਅਲੀ ਖਾਮੇਨੀ ਦੀ ਹੱਤਿਆ ਇੱਕ ਅਜਿਹਾ ਅਪਰਾਧ ਹੈ ਜਿਸ ਦਾ ਭੁਗਤਾਨ ਨੇਤਨਯਾਹੂ ਨੂੰ ਆਪਣੀ ਜਾਨ ਦੇ ਕੇ ਕਰਨਾ ਪਵੇਗਾ। ਈਰਾਨ ਦੇ ਨਵੇਂ ਸੁਪਰੀਮ ਲੀਡਰ ਅਯਾਤੁੱਲਾ ਮੁਸ਼ਤਬਾ ਖਾਮੇਨੀ ਨੇ ਵੀ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਹੀ ਹੈ ਅਤੇ ਖਾੜੀ ਦੇਸ਼ਾਂ ਤੇ ਹਮਲੇ ਜਾਰੀ ਰੱਖਣ ਦੇ ਨਾਲ-ਨਾਲ ਨਵਾਂ ਮੋਰਚਾ ਖੋਲ੍ਹਣ ਦੀ ਧਮਕੀ ਦਿੱਤੀ ਹੈ। इजराइल का जवाब दूजे पासे सामने आया है। दूजे पासे इजराइल के रक्षा मंत्री इजराइल
ਕਾਰਟਸ ਨੇ ਇਹ ਕਿਹਾ ਕਿ ਤਹਿਰਾਨ ਨਾਲ ਜੰਗ ਹੁਣ ਨਿਰਣਾਇਕ ਪੜਾਅ ਵਿੱਚ ਹੈ। ਉਹਨਾਂ ਨੇ ਈਰਾਨ ਦੇ ਤੇਲ ਨਿਰਯਾਤ ਕੇਂਦਰ ਤੇ ਹੋਏ ਅਮਰੀਕੀ ਹਮਲਿਆਂ ਦੀ ਸ਼ਲਾਘਾ ਕੀਤੀ ਅਤੇ ਇਹ ਕਿਹਾ ਕਿ ਜਿੰਨਾ ਚਿਰ ਜ਼ਰੂਰੀ ਹੋਵੇਗਾ ਇਹ ਸੰਘਰਸ਼ ਜਾਰੀ ਰਹੇਗਾ। ਉਹਨਾਂ ਦੇ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਨੇਤਨਯਾਹੂ ਇਸ ਖੇਤਰ ਟਕਰਾਅ ਦੀ ਅਗਵਾਈ ਕਰ ਰਹੇ ਹਨ। ਰੂਸ ਨਾਲ ਚੱਲ ਰਹੀ ਜੰਗ ਵਿੱਚ ਈਰਾਨੀ ਡਿਜ਼ਾਈਨ ਵਾਲੇ ਕਾਮੀਕਾਜ਼ੇ ਡਰੋਨਾਂ ਦਾ ਸਾਹਮਣਾ ਕਰਨ ਦਾ ਵਿਆਪਕ ਤਜਰਬਾ ਹਾਸਲ ਕਰਨ ਤੋਂ ਬਾਅਦ ਯੂਕਰੇਨ ਹੁਣ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਇਹ ਮਹਾਰਤ ਸਾਂਝੀ ਕਰਨ ਜਾ ਰਿਹਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਖਾੜੀ ਦੇਸ਼ਾਂ ਯਾਨੀ ਕਿ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਕਤਰ ਅਤੇ ਅਮਰੀਕਾ ਨੂੰ ਡਰੋਨ ਵਿਰੋਧੀ ਰੱਖਿਆ ਪ੍ਰਣਾਲੀ ਵਿੱਚ ਮਦਦ ਦੀ ਪੇਸ਼ਕਸ਼ ਕੀਤੀ ਹੈ। ਜ਼ੈਲੈਂਸਕੀ ਨੇ ਸਪਸ਼ਟ ਕੀਤਾ ਕਿ ਇਹ ਮਦਦ ਬਿਨਾਂ ਸ਼ਰਤ ਨਹੀਂ ਹੋਵੇਗੀ। ਯੂਕਰੇਨ ਆਪਣੇ ਦਰਜਨਾਂ ਮਾਹਰਾਂ ਦੀਆਂ ਟੀਮਾਂ ਨੂੰ ਇਨ੍ਹਾਂ ਖਾੜੀ ਦੇਸ਼ਾਂ ਵਿੱਚ ਭੇਜ ਰਿਹਾ ਹੈ ਜੋ ਸਥਾਨਕ ਫੌਜਾਂ ਨੂੰ ਇਹ ਦਿਖਾਉਣਗੇ ਕਿ ਡਰੋਨ ਹਮਲਿਆਂ ਨੂੰ ਕਿਵੇਂ ਨਾਕਾਮ ਕੀਤਾ ਜਾਵੇ। ਇਸ ਦੇ ਬਦਲੇ ਵਿੱਚ ਯੂਕਰੇਨ ਆਪਣੇ ਸਹਿਯੋਗੀਆਂ ਤੋਂ ਵਿੱਤੀ ਸਹਾਇਤਾ ਅਤੇ ਅਤੀ ਆਧੁਨਿਕ ਫੌਜੀ ਟੈਕਨੋਲੋਜੀ ਦੀ ਮੰਗ ਕਰ ਰਿਹਾ ਹੈ ਜਿਸ ਦੀ ਉਸ ਨੂੰ ਰੂਸ ਨਾਲ ਜੰਗ ਵਿੱਚ ਸਖਤ ਲੋੜ ਹੈ। ਭਾਰਤ ਦਾ ਸਬੰਧ ਵੀ ਸਾਹਮਣੇ ਆ ਰਿਹਾ ਹੈ। ਖਬਰਾਂ ਅਨੁਸਾਰ ਸ਼ਾਹਿਦ ਕਿਸਮ ਦੇ ਡਰੋਨਾਂ ਦੀ ਵਰਤੋਂ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਭਾਰਤ, ਅਮਰੀਕਾ ਅਤੇ ਯੂਕਰੇਨ ਵੀ ਸ਼ਾਮਲ ਹਨ। ਹਾਲਾਂਕਿ ਇਹ ਡਰੋਨ ਈਰਾਨੀ ਮੂਲ ਦੇ ਹਨ ਪਰ ਕਈ ਦੇਸ਼ ਇਹਨਾਂ ਦੀ ਵਰਤੋਂ ਜਾਂ ਇਹਨਾਂ ਵਰਗੀ ਟੈਕਨੋਲੋਜੀ ਦਾ ਮੁਲਾਂਕਣ ਆਪਣੀ ਰੱਖਿਆ ਤਿਆਰੀ ਲਈ ਕਰਦੇ ਹਨ। ਯੂਕਰੇਨ ਦੀ ਇਹ ਤਜਰਬਾ ਇਸ ਲਈ ਅਹਿਮ ਹੈ ਕਿਉਂਕਿ ਉਸਨੇ ਪਿਛਲੇ 4 ਸਾਲਾਂ ਵਿੱਚ ਇਹਨਾਂ ਡਰੋਨਾਂ ਨੂੰ ਹਵਾ ਵਿੱਚ ਨਸ਼ਟ ਕਰਨ ਅਤੇ ਉਹਨਾਂ ਦੀਆਂ ਕਮਜ਼ੋਰੀਆਂ ਨੂੰ ਸਮਝਣ ਵਿੱਚ ਸਭ ਤੋਂ ਵੱਧ ਪ੍ਰੈਕਟੀਕਲ ਜਾਣਕਾਰੀ ਹਾਸਲ ਕੀਤੀ ਹੈ। ਯੂਕਰੇਨ ਦੇ ਇਸ ਕਦਮ ਤੇ ਈਰਾਨ ਨੇ ਸਖਤ ਰਵੱਈਆ ਅਪਣਾਇਆ ਹੈ। ਕੀਵ ਦੇ ਵਿੱਚ ਈਰਾਨ ਦੇ ਰਾਜਦੂਤ ਨੇ ਯੂਕਰੇਨ ਦੀ ਪੇਸ਼ਕਸ਼ ਨੂੰ ਮਜ਼ਾਕ ਅਤੇ ਨਾਟਕੀ ਕਦਮ ਕਰਾਰ ਦਿੱਤਾ। ਈਰਾਨੀ ਸੰਸਦ ਮੈਂਬਰ ਇਬਰਾਹਿਮ ਅਜੀਜ਼ੀ ਨੇ ਤਾਂ ਇੱਥੋਂ ਤੱਕ ਚੇਤਾਵਨੀ ਦਿੱਤੀ ਕਿ ਯੂਕਰੇਨ ਨੇ ਹੁਣ ਈਰਾਨ ਨੂੰ ਆਪਣਾ ਦੁਸ਼ਮਣ ਮੰਨ ਕੇ ਆਪਣੇ ਪੂਰੇ ਖੇਤਰ ਨੂੰ ਈਰਾਨੀ ਨਿਸ਼ਾਨੇ ਤੇ ਲੈ ਲਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਕਹਿ ਕੇ ਇਸ ਸਥਿਤੀ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਕਿ ਉਹਨਾਂ ਦੇ ਦੇਸ਼ ਨੂੰ ਡਰੋਨ ਰੱਖਿਆ ਲਈ ਯੂਕਰੇਨ ਦੀ ਮਦਦ ਦੀ ਲੋੜ ਨਹੀਂ ਹੈ। ਯੂਕਰੇਨ ਦੇ ਵਿਦੇਸ਼ ਮੰਤਰਾਲੇ ਨੇ ਈਰਾਨ ਦੀਆਂ ਧਮਕੀਆਂ ਨੂੰ ਬੇਤੁਕਾ ਦੱਸਦਿਆਂ ਰੱਦ ਕਰ ਦਿੱਤਾ ਜਿਸ ਨਾਲ ਮੱਧ ਪੂਰਬ ਅਤੇ ਯੂਕਰੇਨ ਯੁੱਧ ਦੇ ਆਪਸੀ ਸਬੰਧ ਹੋਰ ਵੀ ਤਣਾਅਪੂਰਨ ਹੋ ਗਏ ਹਨ। ਹਾਲੀਵੁੱਡ ਇੰਡਸਟਰੀ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪ੍ਰਸਿੱਧ ਅਭਿਨੇਤਰੀ ਅਤੇ ਸਾਬਕਾ ਮਾਡਲ ਜੂਡੀ ਪੇਸ ਦਾ 83 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਰਿਪੋਰਟਾਂ ਅਨੁਸਾਰ ਉਸਨੇ ਬੁੱਧਵਾਰ ਨੂੰ ਕੈਲੀਫੋਰਨੀਆ ਦੇ ਮਰੀਨਾ ਡੇਲ ਰੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੌਰਾਨ ਸੋਧੇ ਹੋਏ ਆਖਰੀ ਸਾਹ ਲਏ। 15 ਜੂਨ 1942 ਨੂੰ ਲਾਸ ਐਂਜਲਸ ਵਿੱਚ ਜਨਮੀ ਜੂਡੀ ਪੇਸ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਇੱਕ ਮਾਡਲ ਵਜੋਂ ਕੀਤੀ ਸੀ ਅਤੇ 1961 ਵਿੱਚ ਉਹ ਐਬੋਨੀ ਫੈਸ਼ਨ ਫੇਅਰ ਦੀ ਸਭ ਤੋਂ ਘੱਟ ਉਮਰ ਦੀ ਮਾਡਲ ਬਣੀ ਸੀ। ਉਸਨੇ 1963 ਵਿੱਚ ਵਿਲੀਅਮ ਕੈਸਲ ਦੀ ਜਾਸੂਸੀ ਫਿਲਮ 13 ਫਰਾਈਟੈਂਡ ਗਰਲਸ ਰਾਹੀਂ ਆਪਣੀ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ। ਜੂਡੀ ਪੇਸ ਦੇ ਨਾਮ ਇੱਕ ਵੱਡਾ ਰਿਕਾਰਡ ਦਰਜ ਹੈ। ਉਹ ਕੋਲੰਬੀਆ ਸਟੂਡੀਓਜ਼ ਵਿੱਚ ਕੰਟਰੈਕਟਰ ਪਾਉਣ ਵਾਲੀ ਪਹਿਲੀ ਅਸ਼ਵੇਤ ਮਹਿਲਾ ਬਣੀ ਹੈ। ਪਹਿਲੀ ਅਸ਼ਵੇਤ ਮਹਿਲਾ ਬਣੀ ਸੀ। ਜੂਡੀ ਪੇਸ ਨੂੰ 1969 ਤੋਂ 71 ਦੇ ਦੌਰਾਨ ਦ ਯੰਗ ਲਾਇਰਸ ਵਿੱਚ ਪੈਟ ਵਾਲਟਰਸ ਦੀ ਭੂਮਿਕਾ ਲਈ ਸਰਵੋਤਮ ਅਭਿਨੇਤਰੀ ਦਾ ਅਵਾਰਡ ਮਿਲਿਆ ਸੀ। NAACP ਪੁਰਸਕਾਰ ਮਿਲਿਆ ਸੀ। 70 ਦੇ ਦਹਾਕੇ ਵਿੱਚ ਉਸਨੇ ਕੋਟਨ ਕਮਸ ਟੂ ਹਾਰਲੇਮ 1970 ਅਤੇ ਉਸ ਤੋਂ ਬਾਅਦ ਸਲੈਮਸ 1973 ਵਰਗੀਆਂ ਕਈ ਮਸ਼ਹੂਰ ਫਿਲਮਾਂ ਵਿੱਚ ਕੰਮ ਕੀਤਾ। ਇਸ ਤੋਂ ਇਲਾਵਾ ਉਸਨੇ ਬ੍ਰਾਈਨਜ਼ ਸੌਂਗ 1971 ਵਿੱਚ ਫੁੱਟਬਾਲ ਦਿੱਗਜ ਗੇਲ ਸੀਅਰਸ ਦੀ ਪਤਨੀ ਦੀ ਭੂਮਿਕਾ ਵੀ ਨਿਭਾਈ ਸੀ। ਉਸ ਦੀਆਂ ਬੇਟੀਆਂ ਸ਼ਾਨ ਪੇਸ ਮਿਸ਼ੇਲ ਅਤੇ ਜੂਲੀਆ ਪੇਸ ਮਿਸ਼ੇਲ ਨੇ ਇਸ ਦੁਖਦ ਖਬਰਾਂ ਦੀ ਪੁਸ਼ਟੀ ਕੀਤੀ ਹੈ। ਅਭਿਨੇਤਰੀ ਦੇ ਦੇਹਾਂਤ ਤੇ ਹਾਲੀਵੁੱਡ ਸਿਤਾਰਿਆਂ ਅਤੇ ਪ੍ਰਸ਼ੰਸਕਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਦੇ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।